ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਅੱਜ ਕ੍ਰਿਸ਼ਨ ਅਵਤਾਰ ਦੀ ਬਾਣੀ, ਜਿਹੜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਬਾਣੀ ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਦਰਜ ਕੀਤਾ ਹੋਇਆ ਹੈ, ਉਹਦੇ ਵਿੱਚੋਂ ਇੱਕ ਪ੍ਰਸੰਗ ਜਿਹਦੇ ਵਿੱਚ ਕ੍ਰਿਸ਼ਨ ਜੀ ਦਾ ਮਿਲਾਪ ਹੁੰਦਾ ਹੈ ਗੋਪੀਆਂ ਦੇ ਨਾਲ, ਅਤੇ ਗੋਪੀਆਂ ਦੇ ਨਾਲ ਕਿਹੜੇ ਬਚਨ ਹੁੰਦੇ ਨੇ ਉਹਦੀ ਅਸੀਂ ਅੱਜ ਵਿਚਾਰ ਕਰਾਂਗੇ। ਸੋ ਪਹਿਲਾਂ ਮਹਾਰਾਜ ਜੀ ਦੀ ਕਿਰਪਾ ਨਾਲ ਅਸੀਂ ਮੰਗਲਾਚਰਨ ਉਚਾਰੀਏ। ਬੇਦ ਕਤੇਬ ਨ ਭੇਦ ਲਹਿਓ ਤੇ, ਸਿੱਧ ਸਮਾਦ ਸਭੈ ਕਰ ਹਾਰੇ, ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭਾਂਤ ਪੁਰਾਨ ਵਿਚਾਰ ਵਿਚਾਰੇ, ਆਦ ਅਨਾਦ ਅਗਾਧ ਕਥਾ, ਤ੍ਰੋਏ ਸੇ ਪ੍ਰਹਿਲਾਦ ਅਜਾਮਲ ਤਾਰੇ, ਨਾਮ ਉਚਾਰ ਤਰੀ ਗਨ ਕਾ, ਸੋਈ ਨਾਮ ਆਧਾਰ ਵਿਚਾਰ ਹਮਾਰੇ, ਨਾਮ ਉਚਾਰ ਤਰੀ ਗਨ ਕਾ, सोई नाम आधार विचार हमारे। सवैया हर जू इस राधिका संग कही, जमुना मैं तरो तुमको गह है, जल मैं हम केल करगे सुनो, रस बात सब सो ताहा कह है, जेह और निहार बधु ब्रिज की, ललचाए मन पिख भोचह है, पहुँचेगी नहीं तह ग्वारन ए, हम हूँ तुमरी जत हार हैं। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਸਰਬਲੋਕ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਅੱਜ ਇਹ ਪ੍ਰਸੰਗ ਵਿਚਾਰਨ ਲੱਗੇ ਹਾਂ। ਕ੍ਰਿਸ਼ਨ ਅਵਤਾਰ ਦੀ ਪਾਵਨ ਪਵਿੱਤਰ ਬਾਣੀ ਹੈ। ਜਦ ਵੀ ਅਸੀਂ ਗੁਰਬਾਣੀ ਦੇ ਵਿਚਾਰ ਕਰਦੇ ਹਾਂ, ਅਸੀਂ ਉਹਨੂੰ ਦੋ ਪੱਖ ਤੋਂ ਲੈ ਸਕਦੇ ਹਾਂ, ਦੋ ਪੱਖਾਂ ਨਾਲ ਉਹਦੀ ਵਿਚਾਰ ਕਰ ਸਕਦੇ ਹਾਂ। ਇੱਕ ਹੈ ਸਥੂਲ ਰੂਪ ਦੇ ਵਿੱਚ ਗੁਰਬਾਣੀ ਦੇ ਅਰਥ ਸਮਝ ਲੈਣੇ, ਭਾਵ ਜੋ ਇੰਦਰੀਆਂ ਦੇਖਦੀਆਂ ਨੇ, ਸੁਣਦੀਆਂ ਨੇ, ਉਹਦੇ ਅਨੁਸਾਰ ਉਹਦੇ ਸੰਸਾਰਿਕ ਅਰਥ ਕਰ ਲੈਣੇ। ਦੂਜਾ ਪੱਖ ਹੈ ਕਿ ਉਹਦੇ ਸੂਖਮ ਅਰਥ ਕੱਢਣੇ, ਭਾਵ ਜਿਹੜਾ ਮਨ ਹੈ, ਹੁਣ ਮਨ ਦਿਸਦਾ ਨਹੀਂ ਪਰ ਮਨ ਸੂਖਮ ਹੈ, ਅਤੇ ਮਨ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਨੂੰ ਮਥਨ ਕਰਕੇ ਉਹਦੇ ਵਿੱਚੋਂ ਤੱਤ ਗਿਆਨ ਕੱਢ ਲੈਣਾ। ਅਤੇ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਅਧਿਆਤਮ ਤੌਰ ਦੇ ਉੱਤੇ ਅਸੀਂ ਜ਼ਿਆਦਾ ਵਿਚਾਰ ਕਰ ਸਕੀਏ ਅਤੇ ਸਮਝ ਸਕੀਏ ਕਿ ਕ੍ਰਿਸ਼ਨ ਅਵਤਾਰ ਦੀ ਬਾਣੀ ਦੇ ਵਿੱਚ ਕਲਗੀਆਂ ਵਾਲੇ ਪਿਤਾ ਜੀ ਨੇ ਵੀ ਇਹ ਗੋਪੀਆਂ ਦਾ ਜਿਹੜਾ ਪ੍ਰਸੰਗ ਹੈ ਉਹ ਕਿਉਂ ਦਰਜ ਕੀਤਾ, ਅਤੇ ਕੀ ਮਹਾਰਾਜ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ। ਕਈਆਂ ਪ੍ਰੇਮੀ ਇਸ ਗੱਲ ਨੂੰ ਨਹੀਂ ਪਕੜ ਪਾਉਂਦੇ ਕਿ ਕਿਉਂ ਅਤੇ ਕਿਸ ਪ੍ਰਕਾਰ ਕ੍ਰਿਸ਼ਨ ਜੀ ਨੇ ਗੋਪੀਆਂ ਦੇ ਨਾਲ ਰਾਸ ਲੀਲਾ ਖੇਡੀ ਹੈ, ਅਤੇ ਉਹਨਾਂ ਦੇ ਚਰਿੱਤਰ ਦੇ ਉੱਤੇ ਸ਼ੰਕਾ ਕਰਦੇ ਨੇ। ਮਹਾਰਾਜ ਕਿਰਪਾ ਕਰਨ, ਸਾਡੇ ਮਨ ਦੇ ਸਾਰੀ ਸ਼ੰਕਾ ਦੂਰ ਕਰਨ, ਤਾਂ ਕਿ ਸਾਨੂੰ ਇੱਕ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚੋਂ ਦਿਸਦੀ ਹੋਵੇ, ਅਤੇ ਦੇਖ ਕਰਕੇ ਅਸੀਂ ਉਸ ਜੋਤ ਦੇ ਆਨੰਦ ਲੈ ਸਕੀਏ। ਉਸ ਜੋਤ ਦੇ ਅਨੇਕ ਪ੍ਰਕਾਰ ਦੇ ਜਿਹੜੇ ਕੌਤਕ ਉਹ ਰਚ ਰਿਹਾ ਹੈ ਉਹ ਦੇਖ ਸਕੀਏ ਅਤੇ ਉਸ ਦਾ ਸੁੱਖ ਮਾਣ ਸਕੀਏ। ਸੋ ਇਹ ਸਵਈਆ ਜਿਹੜਾ ਮਹਾਰਾਜ ਜੀ ਨੇ ਉਚਾਰਿਆ, ਇਹਦੇ ਵਿੱਚ ਮਹਾਰਾਜ ਦੱਸ ਰਹੇ ਨੇ। ਅਧਿਆਤਮ ਤੌਰ 'ਤੇ ਅਸੀਂ ਇਹਦੇ ਅਰਥ ਕਰਾਂਗੇ। ਹਰਜੂ ਇਮ ਰਾਧਿਕਾ ਸੰਗ ਕਹੀ, ਕਹਿੰਦੇ ਆ ਕਿ ਅਸੀਂ ਰਾਧਿਕਾ ਜੀ ਨੂੰ ਕ੍ਰਿਸ਼ਨ ਜੀ ਮਹਾਰਾਜ ਨੇ ਇਹ ਗੱਲ ਸੁਣਾਈ, ਇਹ ਕੀਤੀ। ਕਈ ਪ੍ਰੇਮੀ ਸੋਚਦੇ ਆ ਕਿ ਰੱਬ ਨੇ ਇਹ ਸ੍ਰਿਸ਼ਟੀ ਕਾਹਦੇ ਲਈ ਬਣਾਈ,
ਅਤੇ ਇਸ ਦੇ ਜਵਾਬ ਦੇ ਵਿੱਚ ਕਈ ਮਹਾਂਪੁਰਖ ਇਹ ਬਚਨ ਕਹਿੰਦੇ ਨੇ ਕਿ ਇਹ ਜਗਤ ਹਰੀ ਨੇ ਆਪਣੇ ਭਗਤਾਂ ਦੇ ਲਈ ਬਣਾਈ ਹੈ, ਤਾਂ ਕਿ ਹਰੀ ਆਪਣੇ ਭਗਤਾਂ ਦੇ ਨਾਲ ਖੇਡ ਸਕੇ ਅਤੇ ਭਗਤ ਹਰੀ ਦੇ ਨਾਲ ਖੇਡਦੇ ਹੋਏ ਆਨੰਦ ਮਾਣ ਸਕਣ। ਇਸੇ ਦ੍ਰਿਸ਼ਟੀਕੋਣ ਦੇ ਨਾਲ ਅਸੀਂ ਇਸ ਸਵਈਏ ਦੇ ਵੀ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਰ ਜੋ ਇਹ ਰਾਧਿਕਾ ਸੰਗ ਕਹੀ, ਰਾਧਿਕਾ ਜਿਹੜੀ ਹੈ ਉਹ ਪੂਰਨ ਭਗਤ ਦੇ ਰੂਪ ਦੇ ਵਿੱਚ ਹੈ, ਜੋ ਪ੍ਰੇਮ ਦੇ ਭਾਵਨਾ ਦੇ ਨਾਲ ਅਕਾਲ ਪੁਰਖ ਦੀ ਪੂਜਾ ਕਰਦੀ ਹੈ। ਸੋ ਇੱਥੇ ਅਕਾਲ ਪੁਰਖ ਉਹ ਜੋਤ ਰੂਪ ਹੋ ਕਰਕੇ, ਅਵਤਾਰ ਰੂਪ ਹੋ ਕਰਕੇ ਕ੍ਰਿਸ਼ਨ ਜੀ ਦੇ ਵਿੱਚ ਸਮਾਏ ਨੇ, ਅਤੇ ਕ੍ਰਿਸ਼ਨ ਜੀ ਰਾਧਿਕਾ ਭਾਵ ਆਪਣੇ ਭਗਤ ਨੂੰ ਕਹਿ ਰਹੇ ਨੇ, ਹੇ ਰਾਧਿਕਾ ਤੂੰ ਹੁਣ ਜਗਤ ਦੇ ਵਿੱਚ ਜਾ, ਇਸ ਸਮੁੰਦਰ ਦੇ ਵਿੱਚ ਜਾ, ਇਸ ਨਦੀ ਦੇ ਵਿੱਚ ਜਾ ਜਿਹੜੀ ਜਮੁਨਾ ਰੂਪ ਹੈ। ਕਿਉਂ ਇਸ ਭਗਤ ਨੂੰ ਇਸ ਭਵ ਸਾਗਰ ਦੇ ਵਿੱਚ ਭੇਜਿਆ ਜਾ ਰਿਹਾ ਹੈ? ਅੱਗੇ ਕਹਿੰਦੇ ਨੇ, ਹਰ ਜੂ ਇਮ ਰਾਧਿਕਾ ਸੰਗ ਕਹੀ, ਜਮੁਨਾ ਮੈਂ ਤਰੋ ਤੁਮ ਕੋ ਗਹਿ ਹੈ। ਕਿ ਹੇ ਰਾਧਿਕਾ, ਹੇ ਮੇਰੇ ਭਗਤ, ਤੂੰ ਸੰਸਾਰ ਦੇ ਵਿੱਚ ਜਾ ਅਤੇ ਇਸ ਦੇ ਵਿੱਚ ਤਰ, ਅਤੇ ਤਰਦੇ ਹੋਏ ਮੈਂ ਤੈਨੂੰ ਪਿੱਛੋਂ ਫੜਾਂਗਾ ਅਤੇ ਅਸੀਂ ਖੇਡ ਖੇਡਾਂਗੇ। ਹੇ ਮੇਰੇ ਭਗਤ, ਇਸ ਸੰਸਾਰ ਦੇ ਵਿੱਚ ਤੂੰ ਨਾਮ ਜਪ, ਅਤੇ ਮੇਰੇ ਅਤੇ ਤੇਰੇ ਦੇ ਵਿੱਚ ਕੋਈ ਫਰਕ ਨਹੀਂ। ਮੈਂ ਤੇਰੇ ਨਾਲ ਖੇਡ ਖੇਡਣ ਲਈ ਇਸ ਦੁਨੀਆ ਨੂੰ ਰਚਾਇਆ ਹੈ। ਜਲ ਮੈਂ ਹਮ ਕੇਲ ਕਰੈ ਗੈ, ਇਸ ਜਲ ਦੇ ਵਿੱਚ, ਜਮੁਨਾ ਦੇ ਵਿੱਚ, ਸੰਸਾਰ ਦੇ ਵਿੱਚ ਅਸੀਂ ਖੇਡ ਖੇਡਾਂਗੇ। ਮੈਂ ਹਰੀ ਰੂਪ ਹੋ ਕਰਕੇ ਅਤੇ ਤੂੰ ਭਗਤ ਰੂਪ ਹੋ ਕਰਕੇ। ਸੁਨੋ ਰਸ ਬਾਤ ਸਭ ਹੈ, ਸੋ ਤਹਾ ਕਹਿ ਹੈ। ਇਸ ਪ੍ਰੇਮ ਦੀ ਗੱਲ ਨੂੰ ਸੁਣ ਜੋ ਮੈਂ ਤੇਰੇ ਨਾਲ ਕਹਿ ਰਿਹਾ ਹਾਂ। ਇਹ ਔਰ ਨਿਹਾਰ ਬਧੂ ਬ੍ਰਿਜ ਕੀ, ਭਾਵ ਜਿਹੜੀ ਗੋਪੀਆਂ ਨੇ, ਭਾਵ ਜਿਹੜੇ ਦੇਵਤੇ ਨੇ, ਦੇਵੀ ਸ਼ਕਤੀਆਂ ਨੇ, ਉਹ ਮਨੁੱਖ ਰੂਪ ਦੇ ਵਿੱਚ ਨਹੀਂ ਹੈ। ਮਨੁੱਖ ਰੂਪ ਹੋ ਕਰਕੇ ਹੁਣ ਸੰਸਾਰ ਦੇ ਉੱਤੇ ਨਹੀਂ ਆ ਸਕਦੇ, ਕਿਉਂਕਿ ਜਦ ਤੱਕ ਉਹ ਆਪਣੇ ਦੇਵ ਜੂਨ ਨੂੰ ਨਹੀਂ ਭੋਗ ਲੈਂਦੇ ਤਦ ਤੱਕ ਉਹ ਮਨੁੱਖੀ ਰੂਪ ਨਹੀਂ ਲੈ ਸਕਦੇ, ਜਦ ਤੱਕ ਹਰੀ ਦੀ ਕਿਰਪਾ ਨਾ ਹੋਏ। ਕਹਿੰਦੇ ਹੇ ਮੇਰੇ ਭਗਤ, ਜਿਹੜੇ ਤੂੰ ਇਨਸਾਨ ਦੇ ਰੂਪ ਦੇ ਵਿੱਚ ਹੈ, ਤੂੰ ਨਰ ਦੇ ਵਿੱਚ ਰੂਪ ਦੇ ਵਿੱਚ ਹੈ ਅਤੇ ਮੈਂ ਨਾਰਾਇਣ ਦੇ ਰੂਪ ਦੇ ਵਿੱਚ ਹਾਂ। ਕਿਉਂ ਨਾ ਅਸੀਂ ਦੋਨੋਂ ਖੇਡ ਖੇਡੀਏ ਅਤੇ ਜਿਹੜੇ ਬ੍ਰਜ ਦੇ ਬਧੂ ਜਿਹੜੇ ਨੇ, ਗੋਪੀਆਂ ਜਿਹੜੀਆਂ ਨੇ, ਦੇਵਤੇ ਜਿਹੜੇ ਨੇ, ਜਿਹੜੇ ਦੇਵਲੋਕ ਦੇ ਵਿੱਚ ਬੈਠੇ ਦੇਖ ਰਹੇ ਨੇ, ਉਹਨਾਂ ਦੇ ਮਨ ਨੂੰ ਲਲਚਾਈਏ। ਅਤੇ ਉਹਨਾਂ ਦੇ ਮਨ ਲਲਚਾਣਗੇ ਵੀ ਜਦੋਂ ਦੇਖਣਗੇ ਕਿ ਇੱਕ ਅਕਾਲ ਪੁਰਖ ਅਤੇ ਉਹਦੇ ਭਗਤ ਕਿਵੇਂ ਸੰਸਾਰ ਦੇ ਵਿੱਚ ਖੇਡ ਖੇਡਦੇ ਨੇ। ਉਹਨਾਂ ਦੇ ਵੀ ਮਨ ਦੇ ਵਿੱਚ ਇਹ ਭਾਵਨਾ ਉਤਪੰਨ ਹੋਵੇਗੀ ਕਿ ਅਸੀਂ ਕਿਸ ਪ੍ਰਕਾਰ ਅਕਾਲ ਪੁਰਖ ਦੇ ਨਾਲ ਖੇਡੀਏ। ਕਦੋਂ ਸਾਨੂੰ ਮਨੁੱਖ ਦਾ ਜਾਮਾ ਪ੍ਰਾਪਤ ਹੋਵੇ ਕਿ ਅਸੀਂ ਉਸ ਅਕਾਲ ਪੁਰਖ ਦੀ ਬੰਦਗੀ ਕਰ ਸਕੀਏ ਅਤੇ ਉਹਦੇ ਨਾਲ ਰਾਸ ਲੀਲਾ ਖੇਡ ਸਕੀਏ। ਜਿਹੇ ਔਰ ਨਿਹਾਰ ਬਧੂ ਬ੍ਰਿਜ ਕੀ, ਲਲਚਾਏ ਮਨੈ ਭਿਖ ਬੋਚ ਹੈ। ਉਹ ਦੇਖ ਦੇਖ ਕੇ ਸਾਡੀ ਖੇਡ ਨੂੰ ਲਲਚਾਵਣਗੇ। ਪਹੁੰਚੈਗੀ ਨਹਿ ਤਹਿ ਗਵਾਰਨ ਏ। ਉਹ ਗੋਪੀਆਂ ਇਸ ਸੰਸਾਰ ਦੇ ਵਿੱਚ ਨਹੀਂ ਆ ਸਕਦੀਆਂ, ਉਹ ਦੇਵਤੇ ਮਨੁੱਖ ਰੂਪ ਦੇ ਵਿੱਚ ਹਜੇ ਨਹੀਂ ਆ ਸਕਦੇ। ਇਸ ਕਰਕੇ ਮੈਂ ਅਤੇ ਤੂੰ ਖੇਡ ਖੇਡਦੇ ਹਾਂ। ਕ੍ਰਿਸ਼ਨ ਜੀ ਅਤੇ ਰਾਧਿਕਾ ਜੀ ਜਮੁਨਾ ਦੇ ਵਿੱਚ ਖੇਡ ਖੇਡਣਗੇ। ਅਕਾਲ ਪੁਰਖ ਅਤੇ ਉਹਦੇ ਪਿਆਰੇ ਭਗਤ ਇਸ ਭਵਸਾਗਰ ਦੇ ਉੱਤੇ ਖੇਡ ਖੇਡਣਗੇ। ਪਹੁੰਚੇਗੀ ਨਹਿ ਤਹਿ ਗਵਾਰਨ ਏ, ਹਮ ਹੂੰ ਤਬ ਰੀਜਤ ਹਾਰੇ ਹੈ। ਉਹ ਦੇਖ ਦੇਖ ਕੇ ਸਾਨੂੰ ਤਰਸਾਉਣਗੇ। ਉਹਨਾਂ ਦੇ ਮਨ ਦੇ ਵਿੱਚ ਲਾਲਸਾ ਹੋਵੇਗੀ ਕਿ ਕਿਵੇਂ ਅਸੀਂ ਆਈਏ, ਕਿਵੇਂ ਇਹ ਖੇਡ ਜਿਹੜਾ ਪਿਆਰਾ ਖੇਡ ਖੇਡਿਆ ਜਾ ਰਿਹਾ ਹੈ ਪਰਮਾਤਮਾ ਅਤੇ ਉਹਦੇ ਭਗਤ ਦੇ ਵਿੱਚ, ਅਸੀਂ ਵੀ ਇਹ ਖੇਡ ਖੇਡਣਾ ਚਾਹੁੰਦੇ ਹਾਂ। ਸੋ ਇੱਥੇ ਪੂਰਨ ਰੂਪ, ਪੂਰਨ ਭਗਤ ਦੇ ਰੂਪ ਦੇ ਵਿੱਚ ਰਾਧਿਕਾ ਜੀ ਜਿਹੜੇ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਤੇ ਨਿਛਾਵਰ ਹੋ ਚੁੱਕੇ ਨੇ, ਅਤੇ ਅਕਾਲ ਪੁਰਖ ਦੇ ਰੂਪ ਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਖੇਡ ਖੇਡ ਰਹੇ ਨੇ। ਸੋ ਇਸ ਤੋਂ ਪਹਿਲਾਂ ਅਸੀਂ ਇਹ ਜਾਣਕਾਰੀ ਪ੍ਰਾਪਤ ਕਰ ਲਈਏ
ਕਿ ਕ੍ਰਿਸ਼ਨ ਅਵਤਾਰ ਕਿਉਂ ਹੋਇਆ ਅਤੇ ਇਹਦਾ ਕੀ ਪ੍ਰਸੰਗ ਦਸਮ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਸਾਨੂੰ ਕੀ ਦੱਸਿਆ ਹੈ। ਮਹਾਰਾਜ ਜੀ ਕਹਿੰਦੇ ਨੇ, ਬ੍ਰਹਮਾ ਗਇਓ ਚੀਰ ਨਿਧ ਜਹਾਂ, ਕਾਲ ਪੁਰਖ ਸਥਿਤ ਥੇ ਤਹਾਂ। ਬ੍ਰਹਮਾ ਜੀ ਧਰਤੀ ਨੂੰ ਗਊ ਰੂਪ ਦੇ ਵਿੱਚ ਲੈ ਕਰਕੇ ਅਤੇ ਬਾਕੀ ਦੇਵੀ ਦੇਵਤਿਆਂ ਦੇ ਨਾਲ ਲੈ ਕਰਕੇ ਕਾਲ ਪੁਰਖ ਦੇ ਸ਼ਰਨਾਗਤੀ ਹੋਏ ਨੇ। ਉਹਦੇ ਕੋਲ ਜਾ ਕਰਕੇ ਬੇਨਤੀ ਕੀਤੀ ਹੈ, ਕਹਿਓ ਬਿਸਨ ਕਹੋ ਨਿਕਟ ਬੁਲਾਈ। ਅਤੇ ਉਹ ਜਿਹੜਾ ਕਾਲ ਪੁਰਖ ਹੈ, ਮਹਾ ਵਿਸ਼ਨੂੰ ਹੈ, ਭਾਵ ਵਿਸ਼ਨੂੰ ਦਾ ਵੀ ਵਿਸ਼ਨੂੰ ਹੈ, ਉਹਦੇ ਕੋਲ ਬ੍ਰਹਮਾ ਜੀ ਗਏ ਨੇ। ਸੱਚਖੰਡ ਦੇ ਦਰਬਾਰ ਦੇ ਬਾਹਰ ਖੜ੍ਹ ਕਰਕੇ ਬੇਨਤੀ ਕੀਤੀ ਹੈ, ਕਹਿਓ ਬਿਸਨ ਕਹੋ ਨਿਕਟ ਬੁਲਾਈ। ਅਤੇ ਫਿਰ ਬ੍ਰਹਮਾ ਜੀ ਦੀ ਅਰਦਾਸ ਸੁਣੀ ਹੈ। ਬ੍ਰਹਮਾ ਜੀ ਨੇ ਅਰਦਾਸ ਇਹ ਕੀਤੀ ਹੈ ਕਿ ਦੁਆਪਰ ਦਾ ਸਮਾਂ ਹੈ ਮਹਾਰਾਜ, ਅਤੇ ਸ੍ਰਿਸ਼ਟੀ ਦੇ ਉੱਤੇ ਬਹੁਤ ਅਨਿਆਏ ਹੋ ਰਿਹਾ ਹੈ, ਅਤੇ ਇਸ ਵੇਲੇ ਕੌਣ ਧਰਤੀ ਨੂੰ ਜਾ ਕਰਕੇ ਠੰਡਕ ਪ੍ਰਦਾਨ ਕਰੂਗਾ, ਕੌਣ ਸੰਤਾਂ ਦੀ ਰੱਖਿਆ ਕਰੂਗਾ। ਅਤੇ ਮਹਾਵਿਸ਼ਨੂੰ ਜੀ ਨੇ ਆਵਾਜ਼ ਲਾਈ ਹੈ ਵਿਸ਼ਨੂੰ ਜੀ ਨੂੰ, ਕਹਿਓ ਬਿਸਨ ਕਹੋ ਨਿਕਟ ਬੁਲਾਈ, ਕ੍ਰਿਸ਼ਨ ਅਵਤਾਰ ਤਰੋ ਤੁਮ ਜਾਈ। ਹੇ ਵਿਸ਼ਨੂੰ, ਤੁਸੀਂ ਧਰਤੀ ਦੇ ਉੱਤੇ ਜਾ ਕਰਕੇ ਕ੍ਰਿਸ਼ਨ ਅਵਤਾਰ ਲੈ ਕਰਕੇ ਸੰਤਾਂ ਦੀ ਰੱਖਿਆ ਕਰੋ। ਸੋ ਆਪ ਕਾਲ ਪੁਰਖ ਦੇ ਬਚਨ ਦੇ ਨਾਲ ਕ੍ਰਿਸ਼ਨ ਜੀ ਮਹਾਰਾਜ ਧਰਤੀ ਉੱਤੇ ਆਏ ਨੇ। ਅੱਗੇ ਮਹਾਰਾਜ ਕਹਿੰਦੇ ਨੇ, ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਏ। ਸੰਤਾਂ ਦੀ ਰੱਖਿਆ ਕਰਨ ਦੇ ਲਈ ਮਹਾਵਿਸ਼ਨੂੰ ਜੀ ਨੇ ਵਿਸ਼ਨੂੰ ਜੀ ਨੂੰ ਕ੍ਰਿਸ਼ਨ ਦਾ ਰੂਪ ਲੈਣ ਲਈ ਇਹ ਹੁਕਮ ਲਾਇਆ ਹੈ। ਮਥੁਰਾ ਮੰਡਲ ਕੇ ਵਿਖੇ ਜਨਮ ਧਰੋ ਹਰ ਰਾਏ। ਮਥੁਰਾ ਦੇ ਪਾਵਨ ਧਰਤੀ ਦੇ ਉੱਤੇ ਵਿਸ਼ਨੂੰ ਜੀ ਨੇ ਕ੍ਰਿਸ਼ਨ ਮਹਾਰਾਜ ਜੀ ਦਾ ਰੂਪ ਲੈ ਕਰਕੇ ਆਏ ਨੇ। ਫਿਰ ਹਰ ਇਹ ਆਗਿਆ ਦੇਈ, ਦੇਵਨ ਸਕਲ ਬੁਲਾਏ। ਅਤੇ ਇਹ ਆਗਿਆ ਪਾ ਕਰਕੇ ਵਿਸ਼ਨੂੰ ਜੀ ਮਹਾਰਾਜ ਖੀਰ ਸਾਗਰ ਦੇ ਉੱਤੇ ਬੈਠੇ ਨੇ, ਅਤੇ ਉਹਨਾਂ ਨੇ ਸੋਚਿਆ ਹੈ ਕਿ ਮੈਂ ਦੁਆਪਰ ਦੇ ਯੁੱਗ ਦੇ ਵਿੱਚ ਜਾਣਾ ਹੈ, ਅਤੇ ਜਾ ਕਰਕੇ ਅਕਾਲ ਪੁਰਖ ਦੀ ਆਗਿਆ ਅਨੁਸਾਰ ਕ੍ਰਿਸ਼ਨ ਅਵਤਾਰ ਦਾ ਰੂਪ ਲੈਣਾ ਹੈ। ਅਤੇ ਮੈਂ ਇਹ ਚਾਹੁੰਦਾ ਹਾਂ ਕਿ ਜਦ ਮੈਂ ਜਾਵਾਂ ਤਾਂ ਮੇਰੇ ਸਖੀ ਸੰਬੰਧੀ ਵੀ ਨਾਲ ਹੋਣ। ਅਤੇ ਫਿਰ ਵਿਸ਼ਨੂੰ ਜੀ ਨੇ ਜਿਹੜੇ ਹੋਰ ਦੇਵਤੇ ਸੀ, ਹੋਰ ਰਿਸ਼ੀ ਮੁਨੀ ਜਿਹੜੇ ਸੀਗੇ, ਹੋਰ ਭਗਤ ਜਿਹੜੇ ਸੀ, ਜਿਹੜੇ ਭਗਤ ਮੰਡਲ ਦੇ ਵਿੱਚ ਜਿਨ੍ਹਾਂ ਦਾ ਸਥਾਨ ਹੈ, ਉਹਨਾਂ ਨੂੰ ਬੁਲਾ ਕਰਕੇ ਹੁਕਮ ਲਾਇਆ ਕਿ ਜਾਓ, ਸਾਡੇ ਆਉਣ ਤੋਂ ਪਹਿਲਾਂ ਤੁਸੀਂ ਧਰਤੀ ਦੇ ਉੱਤੇ ਜਾ ਕਰਕੇ ਅਵਤਾਰ ਧਰੋ। ਅਤੇ ਉਹਨਾਂ ਨੇ ਫਿਰ ਜਿਹੜੇ ਅਵਤਾਰ ਧਰੇ ਨੇ ਉਹ ਕ੍ਰਿਸ਼ਨ ਜੀ ਦੇ ਅੱਗੇ ਮਿੱਤਰ ਦੇ ਰੂਪ ਦੇ ਵਿੱਚ ਵੀ ਹੋਏ ਨੇ, ਅਤੇ ਗੋਪੀਆਂ ਦੇ ਰੂਪ ਦੇ ਵਿੱਚ ਵੀ ਹੋਏ ਨੇ। ਜਾਏ ਰੂਪ ਤੁਮ ਹੂੰ ਧਰੋ, ਹਉ ਹੂੰ ਧਰ ਹੂੰ ਆਏ। ਤੁਸੀਂ ਜਾ ਕਰਕੇ ਸਾਡੇ ਤੋਂ ਪਹਿਲਾਂ ਹੀ ਅਵਤਾਰ ਧਰ ਲਵੋ ਸਾਰੇ ਦੇਵ ਤੋਂ, ਅਤੇ ਅਸੀਂ ਥੋੜ੍ਹੇ ਚਿਰ 'ਚ ਆਉਂਦੇ ਹਾਂ। ਬਾਤ ਸੁਣੀ ਜਬ ਦੇਵਤਨ ਕੋ, ਬਾਤ ਸੁਣੀ ਜਬ ਦੇਵਤਨ ਕੋਟ ਪ੍ਰਣਾਮ ਜੂ ਕੀਨ। ਇਹ ਆਗਿਆ ਪਾ ਕਰਕੇ ਵਿਸ਼ਨੂੰ ਜੀ ਦੀ ਸਾਰੇ ਦੇਵਤਿਆਂ ਨੇ ਪ੍ਰਣਾਮ ਕੀਤਾ। ਆਪ ਸਮੇਤ ਸੋ ਧਾਮੀਏ ਲੀਨੇ, ਰੂਪ ਨਵੀਨ। ਕਹਿੰਦੇ ਕੋਈ ਗੁਆਰਾ ਬਣ ਗਿਆ, ਕੋਈ ਗੋਪੀ ਬਣ ਗਏ, ਆਪਣੇ ਆਪਣੇ ਇਸਤਰੀਆਂ ਦੇ ਨਾਲ ਉਹਨਾਂ ਨੇ ਰੂਪ ਧਾਰ ਲਿਆ, ਧਰਤੀ ਦੇ ਉੱਤੇ ਅਵਤਾਰ ਲੈ ਲਿਆ ਕ੍ਰਿਸ਼ਨ ਜੀ ਦੇ ਆਉਣ ਤੋਂ ਪਹਿਲਾਂ। ਸੋ ਗੋਪੀਆਂ ਕੌਣ ਸੀਗੀਆਂ? ਉਹ ਕੋਈ ਹੋਰ ਨਹੀਂ, ਭਗਤ ਲੋਕ ਦੇ ਵਿੱਚ ਰਹਿਣ ਵਾਲੇ ਰਿਸ਼ੀ ਮੁਨੀ ਯੋਗੀ ਜਿਹੜੇ ਸੰਤ ਨੇ, ਭਗਤ ਨੇ, ਉਹਨਾਂ ਨੇ ਹੀ ਗੋਪੀਆਂ ਦਾ ਰੂਪ ਲਿਆ ਸੀ ਕ੍ਰਿਸ਼ਨ ਜੀ ਤੋਂ ਆਉਣ ਤੋਂ ਪਹਿਲਾਂ, ਕ੍ਰਿਸ਼ਨ ਜੀ ਦੇ ਆਗਿਆ ਅਨੁਸਾਰ। ਅਤੇ ਕ੍ਰਿਸ਼ਨ ਜੀ ਆਪ ਕਾਲ ਪੁਰਖ ਦੇ ਹੁਕਮਾਂ ਅਨੁਸਾਰ ਦੁਆਪਰ ਯੁੱਗ ਨੂੰ ਤਾਰਨ ਆਏ ਹਨ। ਅਤੇ ਜਿਹੜੇ ਦੁਆਪਰ ਯੁੱਗ ਦੇ ਵਿੱਚ ਆਏ ਨੇ
ਕੀ ਉਹ ਪਹਿਲਾਂ ਵੀ ਆਏ ਸੀ? ਇਹਦੇ ਵਿੱਚ ਗੁਰਬਾਣੀ ਸਾਨੂੰ ਦੱਸਦੀ ਹੈ, ਦਸਮ ਗ੍ਰੰਥ ਸਾਹਿਬ ਜੀ ਦੀ, ਜੋ ਜੁਗ ਤੀਸਰ ਮੂਰਤ ਰਾਮ ਧਰੀ, ਇਹ ਔਰ ਕਰਿਓ ਅਤ ਸੀਲਾ। ਕਹਿੰਦੇ ਜਿਨ੍ਹਾਂ ਨੇ ਤ੍ਰੇਤੇ ਯੁੱਗ ਦੇ ਵਿੱਚ ਰਾਮ ਜੀ ਦਾ ਅਵਤਾਰ ਲਿਆ ਅਤੇ ਬੜੇ ਬੜੇ ਸੋਹਣੇ ਕੰਮ ਕੀਤੇ, ਜਗਤ ਨੂੰ ਧਾਰਨਾ ਕੀਤਾ, ਰਾਵਣ ਦਾ ਵੱਧ ਕੀਤਾ, ਵਿਭੀਸ਼ਣ ਨੂੰ ਰਾਜ ਦਿੱਤਾ, ਹਨੂੰਮਾਨ ਜੀ ਨੂੰ ਪ੍ਰੇਮਾ ਭਗਤੀ ਦਾ ਰੰਗ ਚਾੜਿਆ। ਸਤਰਨ ਕੋ ਸੋ ਸੰਘਾਰ ਕਹਿ, ਪ੍ਰਤਿਪਾਰਕ ਸਾਧਨ ਕੋ ਹਰ ਹੀਲਾ। ਸ਼ਤਰੂਆਂ ਦਾ ਨਾਸ਼ ਕੀਤਾ ਅਤੇ ਸੰਤਾਂ ਦੀ ਰੱਖਿਆ ਕੀਤੀ। ਇਹੋ ਜਿਹੇ ਸੋਹਣੇ ਚਰਿੱਤਰ ਰਾਮ ਜੀ ਮਹਾਰਾਜ ਨੇ ਆ ਕਰਕੇ ਕੀਤੇ ਹਨ। ਅਤੇ ਉਹੀ ਰਾਮ ਜੀ ਹੁਣ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਆਏ ਨੇ। ਦੁਆਪਰ ਮੋਹ ਸੋ ਕਾਨ ਭਇਓ, ਮਰੀਆ ਅਰ ਕੋ ਧਰੀਆ ਪਟ ਪੀਲਾ। ਕਹਿੰਦੇ ਉਹੀ ਰਾਮ ਦੁਆਪਰ ਦੇ ਵਿੱਚ ਕ੍ਰਿਸ਼ਨ ਦੇ ਰੂਪ 'ਚ ਆਇਆ ਹੈ ਅਤੇ ਹੁਣ ਉਹਨੇ ਆਪਣੇ ਵਸਤਰ, ਸੋਹਣੇ ਵਸਤਰ ਸਰੀਰ ਦੇ ਉੱਤੇ ਪਾਏ ਨੇ। ਪਹਿਲਾਂ ਬਨਵਾਸ ਦੇ ਵਸਤਰ ਪਾਏ ਹੋਏ ਸੀ, ਹੁਣ ਸੋਹਣੇ ਪੀਲੇ ਰੰਗ ਦੇ ਵਸਤਰ ਪਾਏ ਹੋਏ ਨੇ ਅਤੇ ਅਨੇਕਾਂ ਦੁਸ਼ਟਾਂ ਦਾ ਨਾਸ਼ ਕਰ ਰਿਹਾ ਹੈ ਦੁਆਪਰ ਯੁੱਗ 'ਚ। ਸੋ ਹਰ ਭੂਮ ਬਿਖੇ ਬ੍ਰਿਜ ਕੀ, ਹਸ ਗੋਪਨ ਸਾਥ ਕਰੇ ਰਸ ਲੀਲਾ। ਉਹੀ ਜਿਹੜਾ ਰਾਮ ਸੀ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਰੂਪ ਹੋ ਕਰਕੇ ਗੋਪੀਆਂ ਦੇ ਨਾਲ ਰਾਸ ਲੀਲਾ ਖੇਡ ਰਿਹਾ ਹੈ। ਅਤੇ ਰਾਸ ਲੀਲਾ ਖੇਡਦੇ ਹੋਏ ਗੋਪੀਆਂ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਕਿਤੇ ਕ੍ਰਿਸ਼ਨ ਨੂੰ ਅਸੀਂ ਫਸਾ ਤਾਂ ਨਹੀਂ ਲਿਆ, ਜਾਂ ਅਸੀਂ ਕਾਮਯਾਬ ਹੋ ਗਏ ਹਾਂ ਕਿ ਕ੍ਰਿਸ਼ਨ ਨੂੰ ਆਪਣੇ ਮੋਹ ਦੇ ਜਾਲ ਦੇ ਵਿੱਚ ਪਾਉਣ ਲਈ, ਅਤੇ ਅਸੀਂ ਹੁਣ ਕ੍ਰਿਸ਼ਨ ਦੇ ਉੱਤੇ ਆਪਣੀ ਆਗਿਆ ਜਮਾ ਸਕਦੇ ਹਾਂ। ਇਹ ਗੱਲ ਜਿਵੇਂ ਹੀ ਗੋਪੀਆਂ ਨੇ ਆਪਣੇ ਮਨ ਦੇ ਵਿੱਚ ਵਿਚਾਰੀ ਹੈ, ਉਹਨਾਂ ਨੂੰ ਉਹੀ ਜਿਹੜੀ ਪੁਰਾਤਨ ਵਸਤੂ ਸੀ, ਪੁਰਾਤਨ ਗਿਆਨ ਸੀ, ਉਹ ਦ੍ਰਿੜ ਕਰਾਉਣ ਲਈ ਕ੍ਰਿਸ਼ਨ ਮਹਾਰਾਜ ਉੱਧਰੋਂ ਅਲੋਪ ਹੋ ਜਾਂਦੇ ਨੇ। ਇਹ ਦਰਸਾਉਣ ਲਈ ਕਿ ਕ੍ਰਿਸ਼ਨ ਕੋਈ ਆਮ ਨਹੀਂ, ਕੋਈ ਆਮ ਇਨਸਾਨ ਨਹੀਂ, ਉਹ ਆਪ ਉਹੀ ਅਕਾਲ ਪੁਰਖ ਦਾ ਹੀ ਰੂਪ ਹੈ। ਮਹਾਰਾਜ ਦਸਮ ਗ੍ਰੰਥ ਸਾਹਿਬ ਦੇ ਵਿੱਚ ਦੱਸ ਰਹੇ ਨੇ, ਕਾਨ ਤਬੈ ਸੰਖ ਗੋਪਨ ਕੇ, ਤਬ ਹੀ ਫੁਨ ਅੰਤਰ ਧਿਆਨ ਹੋਏ ਗਏ। ਜਦ ਗੋਪੀਆਂ ਦੇ ਮਨ ਦੇ ਵਿੱਚ ਇਹੋ ਜਿਹੀ ਵਿਚਾਰ ਆਈ, ਤਦ ਉਸੇ ਵੇਲੇ ਕ੍ਰਿਸ਼ਨ ਮਹਾਰਾਜ ਅੰਤਰ ਧਿਆਨ ਹੋ ਕਰਕੇ ਅਲੋਪ ਹੋ ਗਏ। ਖੇ ਕਹਿ ਗਇਓ ਧਰਣੀ ਤਸ ਗਇਓ, ਕਿਦੋ ਮਦ ਰਹਿਓ ਸਮਝਿਓ ਨਹੀਂ ਪਈਆ। ਸਾਰੇ ਗੋਪੀ ਇੱਕ ਦੂਜੇ ਨਾਲ ਗੱਲ ਕਰਦੇ ਨੇ ਅਤੇ ਬੜੇ ਆਸ਼ਚਰਯਚਕਿਤ ਨੇ ਕਿ ਕਿੱਥੇ ਗਏ ਨੇ ਕ੍ਰਿਸ਼ਨ ਜੀ। ਅਤੇ ਫਿਰ ਉਹਨਾਂ ਨੂੰ ਇਸ ਗੱਲ ਦੀ ਯਾਦ ਆਉਂਦੀ ਹੈ ਕਿ ਅਸੀਂ ਤਾਂ ਬਹੁਤ ਹੀ ਭਾਰੀ ਭੁੱਲ ਕਰ ਬੈਠੇ ਹਾਂ, ਜਿਹੜੇ ਸੋਚਦੇ ਸੀ ਕਿ ਕ੍ਰਿਸ਼ਨ ਸਾਡੇ ਅਧੀਨ ਹੈ। ਪਰ ਨਹੀਂ, ਉਹ ਤਾਂ ਉਹੀ ਰੂਪ ਹੈ ਜਿਹਨੂੰ ਕੋਈ ਜਾਣ ਨਹੀਂ ਸਕਦਾ, ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਅਨੇਕਾਂ ਪਾਪਾਂ ਟਲ ਜਾਂਦੇ ਨੇ। ਉਹੀ ਅਕਾਲ ਪੁਰਖ ਦਾ ਰੂਪ ਹੈ। ਸੋ ਹੁਣ ਸਾਨੂੰ ਇਸ ਗੱਲ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਥੋੜ੍ਹਾ ਜਿਹਾ ਗਿਆਨ ਹੋਇਆ ਹੈ ਕਿ ਗੋਪੀਆਂ ਕੌਣ ਸੀਗੀਆਂ, ਕ੍ਰਿਸ਼ਨ ਕੌਣ ਸੀ, ਵਿਸ਼ਨੂੰ ਕੌਣ ਸੀ, ਅਤੇ ਕਿਉਂ ਉਹ ਇਸ ਜਿਹੜੇ ਰਾਸ ਲੀਲਾ ਨੂੰ ਕਿਉਂ ਖੇਡਦੇ ਨੇ। ਹੁਣ ਉਹਦਾ ਪ੍ਰਸੰਗ ਅੱਗੇ ਆਉਂਦਾ ਹੈ ਕਿ ਰਾਸ ਲੀਲਾ ਕਿਉਂ ਹੋਈ ਹੈ। ਕਿਉਂਕਿ ਗੋਪੀਆਂ ਜਿਹੜੀਆਂ ਸੀ, ਭਾਵ ਜਿਹੜੇ ਦੇਵਤੇ ਸੀਗੇ ਦੇਵ ਲੋਕ ਦੇ ਵਿੱਚ, ਭਗਤ ਲੋਕ ਦੇ ਵਿੱਚ, ਉਹ ਇਹ ਚਾਹੁੰਦੇ ਸੀ ਕਿ ਸਾਡਾ ਜਿਹੜਾ ਮਿਲਾਪ ਇਸ ਤਰੀਕੇ ਨਾਲ ਭਗਵਾਨ ਪ੍ਰੀਤਮ ਦੇ ਨਾਲ ਹੋਵੇ ਕਿ ਅਸੀਂ ਉਹਦੇ ਨਿਕਟ ਹੀ ਰਹੀਏ। ਅਤੇ ਹੁਣ ਜਿਹੜਾ ਰੂਪ ਗੋਪੀਆਂ ਨੇ, ਭਾਵ ਇਸਤਰੀਆਂ ਦਾ ਲੈ ਕਰਕੇ ਦੁਆਪਰ ਦੇ ਵਿੱਚ ਪ੍ਰਗਟ ਹੋਏ ਨੇ, ਅਤੇ ਕ੍ਰਿਸ਼ਨ ਜੀ ਨਾਰਾਇਣ ਰੂਪ ਹੋ ਕਰਕੇ ਪ੍ਰਗਟ ਹੋਏ ਨੇ, ਅਤੇ ਉਹ ਇਹ ਚਾਹੁੰਦੇ ਨੇ ਕਿ ਹੁਣ ਸਾਡਾ ਮਿਲਾਪ ਇਹਨਾਂ ਦੇ ਨਾਲ ਇਹੋ ਜਿਹਾ ਹੋਵੇ ਕਿ ਅਸੀਂ ਇਹਨਾਂ ਦੇ ਨਿਕਟ ਰਹੀਏ। ਅਤੇ ਇੰਨਾ ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਸੀ, ਅਤੇ ਉਸ ਪ੍ਰੇਮ ਦੇ ਸਾਗਰ ਦੇ ਵਿੱਚ ਡੁੱਬ ਕਰਕੇ ਉਹ ਫਿਰ
ਜਿਹੜੇ ਵਰਤ ਰੱਖਦੇ ਨੇ, ਪੂਜਾ ਕਰਦੇ ਨੇ, ਉਸ ਸਮੇਂ ਦੇ ਰੀਤ ਦੇ ਅਨੁਸਾਰ ਮਾਤਾ ਚੰਡੀ ਦੀ ਉਸਤਤ ਕਰਦੇ ਨੇ ਅਤੇ ਚੰਡੀ ਦੀ ਉਸਤਤ ਕਰਕੇ ਇਹ ਵਰਦਾਨ ਮੰਗਦੇ ਨੇ ਕਿ ਸਾਡਾ ਜਿਹੜਾ ਰਿਸ਼ਤਾ ਹੈ ਕ੍ਰਿਸ਼ਨ ਜੀ ਦੇ ਨਾਲ ਇਸ ਤਰੀਕੇ ਨਾਲ ਹੋਵੇ ਕਿ ਅਸੀਂ ਇੱਕਮਿੱਕ ਹੋ ਜਾਈਏ। ਸੋ ਜਦ ਪ੍ਰਾਰਥਨਾ ਕਰਦੇ ਨੇ ਅਤੇ ਉਸ ਪ੍ਰਾਰਥਨਾ ਦੇ ਫਲ ਸਰੂਪ ਮਾਤਾ ਚੰਡੀ ਜੀ ਉਹਨਾਂ ਨੂੰ ਵਰਦਾਨ ਦਿੰਦੇ ਨੇ ਕਿ ਕ੍ਰਿਸ਼ਨ ਜੀ ਤੁਹਾਡੇ ਪਤੀ ਵਰਗੇ ਹੀ ਹੋਣਗੇ ਅਤੇ ਇਸ ਦੁਆਪਰ ਯੁੱਗ ਦੇ ਵਿੱਚ ਉਹੀ ਸੁੱਖ ਤੁਸੀਂ ਮਾਣੋਗੇ ਜੋ ਪਤੀ ਦੇ ਨਾਲ ਮਾਣਿਆ ਜਾਂਦਾ ਹੈ। ਸੋ ਇਸ ਕਰਕੇ ਇਸ ਵਰਦਾਨ ਦੇ ਚਲਦੇ ਗੋਪੀਆਂ ਦਾ ਜਿਹੜਾ ਸੰਗ ਹੁੰਦਾ ਹੈ ਕ੍ਰਿਸ਼ਨ ਜੀ ਦੇ ਨਾਲ, ਇਸ ਕਰਕੇ ਰਾਸ ਲੀਲਾ ਹੁੰਦੀ ਹੈ, ਜਿਹਦੇ ਬਾਬਤ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੱਸਦੀ ਹੈ ਕਿ ਦੇਵੀ ਜੀ ਨੇ ਇਸ ਪ੍ਰਕਾਰ ਵਰ ਦਿੱਤਾ। ਸਵਈਆ ਵਹ ਭਰਤਾ ਅਬ ਸੋ ਤੁਮਰੋ, ਹਰ ਦਾਨ ਇਹ ਦੁਰਗਾ ਤਿਨ ਦੀਨਾ, ਸੋ ਤਨ ਸਰਉਨਨ ਮੈਂ ਸੁਨ ਕੈ, ਤਿਨ ਕੋਟ ਪ੍ਰਣਾਮ ਤਬੈ ਉਠ ਕੀਨਾ, ਤਾ ਛਬ ਕੋ ਜਸ ਊਚ ਮਹਾ, ਕਬ ਨੇ ਆਪਣੇ ਮਨ ਮੈਂ ਫੁਨ ਚੀਨਾ, ਹੈ ਇਨ ਕੋ ਮਨ ਕਾਨਰ ਮੈਂ, ਆਓ ਜੋ ਪੈ ਰਸ ਕਾਨਰ ਕੇ ਸੰਗ ਪੀਨਾ। ਇਹ ਗੋਪੀਓ, ਮੈਂ ਦੁਰਗਾ ਤੁਹਾਨੂੰ ਇਹ ਵਰਦਾਨ ਦਿੱਤਾ ਹੈ ਕਿ ਕ੍ਰਿਸ਼ਨ ਜੀ ਆਪ ਜੀ ਦੇ ਪਤੀ ਹੋ ਕਰਕੇ ਦੁਆਪਰ ਯੁੱਗ ਦੇ ਵਿੱਚ ਹੋਣਗੇ ਅਤੇ ਇਹ ਵਰਦਾਨ ਨੂੰ ਸੁਣ ਕਰਕੇ ਗੋਪੀਆਂ ਨੇ ਦੁਰਗਾ ਨੂੰ ਨਮਸਕਾਰ ਕੀਤੀ ਨੇ। ਨਮਸਕਾਰ ਕਰਕੇ ਮਨ ਦੇ ਵਿੱਚ ਬਹੁਤ ਖੁਸ਼ੀ ਮਨਾਈ ਹੈ ਕਿ ਜੋ ਅਸੀਂ ਮੰਗਿਆ ਸੀ ਅੱਜ ਇਸ ਦੁਆਪਰ ਯੁੱਗ ਦੇ ਵਿੱਚ ਉਹ ਸਾਡੀ ਮਨੋਕਾਮਨਾ ਪੂਰੀ ਹੋਊਗੀ। ਅਤੇ ਇਹ ਵਰਦਾਨ ਲੈ ਕਰਕੇ ਗੋਪੀਆਂ ਆਪਣੇ ਘਰ ਚਲੇ ਜਾਂਦੇ ਨੇ ਅਤੇ ਅਗਲੇ ਦਿਨ ਫਿਰ ਯਮੁਨਾ ਦੇ ਕੰਢੇ ਆ ਕਰਕੇ ਇਸ਼ਨਾਨ ਕਰਦੇ ਨੇ ਅਤੇ ਇਸ਼ਨਾਨ ਕਰਦੇ ਹੋਏ ਕ੍ਰਿਸ਼ਨ ਜੀ ਮਹਾਰਾਜ ਉੱਥੇ ਪਹੁੰਚ ਆਉਂਦੇ ਨੇ। ਪਹੁੰਚ ਆ ਕਰਕੇ ਕ੍ਰਿਸ਼ਨ ਜੀ ਉਹਨਾਂ ਦੇ ਕੱਪੜੇ ਚੱਕ ਕਰਕੇ ਇੱਕ ਦਰੱਖਤ ਦੇ ਟਹਿਣੀ ਦੇ ਉੱਤੇ ਜਾ ਕੇ ਚੜ੍ਹ ਜਾਂਦੇ ਨੇ ਅਤੇ ਉੱਥੇ ਗੋਪੀਆਂ ਨੂੰ ਕਹਿੰਦੇ ਨੇ ਕਿ ਹੇ ਗੋਪੀਓ, ਤੁਸੀਂ ਹੁਣ ਯਮੁਨਾ ਦੇ ਜਲ ਤੋਂ ਬਾਹਰ ਨਿਕਲੋ। ਅਤੇ ਸਾਰੀ ਗੋਪੀਆਂ ਮਨ ਦੇ ਵਿੱਚ ਇਹ ਸੋਚਦੇ ਨੇ ਕਿ ਅਸੀਂ ਕਿਸ ਪ੍ਰਕਾਰ ਹੁਣ ਬਾਹਰ ਜਾਈਏ, ਸਾਡੇ ਦਾ ਤਨ ਦੇ ਉੱਤੇ ਕੋਈ ਵਸਤਰ ਹੈ ਨਹੀਂ ਅਤੇ ਉਹਨਾਂ ਨੂੰ ਸ਼ਰਮ ਆਉਂਦੀ ਹੈ। ਪਰ ਬਾਰ-ਬਾਰ ਕ੍ਰਿਸ਼ਨ ਜੀ ਇਹੀ ਬੇਨਤੀ ਕਰਦੇ ਨੇ ਕਿ ਤੁਸੀਂ ਇਹ ਗੋਪੀਓ ਬਾਹਰ ਆ ਜਾਓ, ਮੈਂ ਤੁਹਾਨੂੰ ਦੇਖਣਾ ਚਾਹੁੰਦਾ ਹਾਂ। ਸੋ ਖੈਰ ਇਹ ਪ੍ਰਸੰਗ ਬਹੁਤ ਲੰਬਾ ਹੋ ਜਾਂਦਾ ਹੈ, ਪਰ ਅੰਤ ਦੇ ਵਿੱਚ ਗੋਪੀਆਂ ਸ਼ਰਮ ਨੂੰ ਤਿਆਗ ਕਰਕੇ ਬਾਹਰ ਆਉਂਦੀਆਂ ਨੇ ਅਤੇ ਜਦ ਬਾਹਰ ਆ ਜਾਂਦੇ ਨੇ ਅਤੇ ਕ੍ਰਿਸ਼ਨ ਜੀ ਉਹਨਾਂ ਨੂੰ ਗੱਲ ਸੁਣਾਉਂਦੇ ਆ, ਕਹਿੰਦੇ ਆ ਕਿ ਮੈਂ ਤੁਹਾਨੂੰ ਕਿਉਂ ਬਾਹਰ ਬੁਲਾਇਆ ਹੈ। ਗੋਪੀਆਂ ਕਹਿੰਦੇ ਮਹਾਰਾਜ ਜੀ, ਸਾਨੂੰ ਤਾਂ ਇਸ ਗੱਲ ਦਾ ਗਿਆਨ ਨਹੀਂ, ਪਰ ਆਪ ਜੀ ਦੱਸੋ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਭਗਵਦ ਗੀਤਾ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਉੱਥੇ ਕ੍ਰਿਸ਼ਨ ਜੀ ਮਹਾਰਾਜ ਨੇ ਗੋਪੀਆਂ ਨੂੰ ਗਿਆਨ ਦਿੱਤਾ ਕਿ ਜਿਸ ਯਮੁਨਾ ਦੇ ਜਲ ਦੇ ਵਿੱਚ ਤੁਸੀਂ ਨਗਨ ਹੋ ਕਰਕੇ ਇਸ਼ਨਾਨ ਕਰ ਰਹੇ ਸੀ, ਉਸ ਜਲ ਦੇ ਵਿੱਚ ਵੀ ਮੇਰਾ ਹੀ ਵਾਸਾ ਹੈ। ਮੈਂ ਵਰੁਣ ਦੇਵ ਹੋ ਕਰਕੇ ਇਸ ਯਮੁਨਾ ਦੇ ਜਲ ਦੇ ਵਿੱਚ ਹੀ ਹਾਂ ਅਤੇ ਜਦ ਮੈਂ ਬਾਹਰ ਬੈਠਾ ਇਸ ਟਾਹਣੀ ਦੇ ਵਿੱਚ ਹਾਂ ਅਤੇ ਮੈਂ ਕ੍ਰਿਸ਼ਨ ਰੂਪ ਦੇ ਵਿੱਚ ਹਾਂ। ਅਤੇ ਹੁਣ ਜਦ ਤੁਸੀਂ ਜਲ ਦੇ ਵਿੱਚ ਸੀ ਤਦ ਤਾਂ ਤੁਹਾਨੂੰ ਸ਼ਰਮ ਨਹੀਂ ਆਈ, ਤਾਂ ਤੁਸੀਂ ਨਗਨ ਅਵਸਥਾ ਦੇ ਵਿੱਚ ਹੀ ਇਸ਼ਨਾਨ ਕਰ ਰਹੇ ਸੀ, ਪਰ ਹੁਣ ਬਾਹਰ ਆਉਣ ਲੱਗੇ ਤੁਹਾਨੂੰ ਕਿਉਂ ਸ਼ਰਮ ਆਉਂਦੀ ਹੈ। ਤੁਹਾਡੇ ਮਨ ਦੇ ਵਿੱਚ ਦ્વੈਤ ਹੈ। ਜਦ ਉਸੇ ਪਾਰ ਬ੍ਰਹਮ ਪਰਮੇਸ਼ਰ ਦੀ ਤੁਸੀਂ ਭਗਤੀ ਕਰਦੇ ਹੋ, ਫਿਰ ਤੁਹਾਡੇ ਮਨ ਦੇ ਵਿੱਚ ਇਹ ਦ્વੈਤ ਕਿਉਂ? ਮੈਨੂੰ ਹਰ ਜਗ੍ਹਾ ਤੁਸੀਂ ਕਿਉਂ ਨਹੀਂ ਦੇਖਦੇ? ਇਸੇ ਦੇ ਬਾਬਤ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੀ ਮਹਾਰਾਜ ਦੱਸਦੇ ਨੇ ਅਕਾਲ ਉਸਤਤ ਦੀ ਬਾਣੀ, ਜਲੇ ਹਰੀ ਥਲੇ ਹਰੀ, ਉਸ ਜਲ ਦੇ ਵਿੱਚ ਵੀ ਅਕਾਲ ਪੁਰਖ ਦੀ ਜੋਤ ਸਮਾਈ ਹੋਈ ਹੈ ਅਤੇ ਥਲ ਧਰਤੀ ਦੇ ਉੱਤੇ ਵੀ ਉਹ ਅਕਾਲ ਪੁਰਖ ਹੈ। ਅਤੇ ਜਿਹੜਾ ਸਾਡਾ ਸ਼ਰਮਾਉਣਾ ਹੈ ਉਹ ਦ્વੈਤ ਦੀ ਭਾਵ ਦੇ ਵਿੱਚ ਅਸੀਂ ਸ਼ਰਮਾਉਂਦੇ ਹਾਂ।
ਤੇ ਜਿਹੜਾ ਭਗਤ ਹੈ ਉਹ ਆਪਣੇ ਪਰਮੇਸ਼ਰ ਦੇ ਨਾਲ ਕੁਝ ਛੁਪਾਉਂਦਾ ਨਹੀਂ, ਭਾਵ ਆਪਣੇ ਮਨ ਦੇ ਸਾਰੇ ਵਿਚਾਰ ਆਪਣੇ ਪਰਮਾਤਮਾ ਦੇ ਅੱਗੇ ਅਰਪਣ ਕਰ ਦਿੰਦਾ ਹੈ ਤੇ ਮਨ ਨੂੰ ਨਗਨ ਅਵਸਥਾ ਦੇ ਵਿੱਚ ਰੱਖਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਮੇਰਾ ਪਰਮੇਸ਼ਰ ਹਰ ਜਗ੍ਹਾ ਵਿਆਪਕ ਹੈ ਤੇ ਮੈਂ ਉਸ ਪਰਮੇਸ਼ਰ ਤੋਂ ਕੁਝ ਛੁਪਾ ਨਹੀਂ ਸਕਦਾ। ਤੇ ਇਹ ਅੰਤਰੀਵ ਅਰਥ ਨੇ। ਇਹ ਅੰਤਰੀਵ ਅਰਥ ਇਸ ਭਾਵਨਾ ਦੇ ਨਾਲ ਬਣਦੇ ਹਨ ਕਿ ਗੋਪੀਆਂ ਜਿਹੜੀਆਂ ਨੇ ਉਹ ਦੇਵਤੇ ਰੂਪ ਪਹਿਲਾਂ ਸੀ ਤੇ ਮਨੁੱਖ ਰੂਪ ਹੋ ਕਰਕੇ ਉਹ ਗੋਪੀਆਂ ਦਾ ਰੂਪ ਲੈਂਦੇ ਨੇ, ਧਰਤੀ ਦੇ ਉੱਤੇ ਆਉਂਦੇ ਨੇ। ਤੇ ਇਹ ਗਿਆਨ ਜਿਹੜਾ ਹੈ ਆਤਮਾ ਦਾ ਪਰਮਾਤਮਾ ਦੇ ਨਾਲ ਲੀਨ ਹੋਣਾ, ਭਾਵ ਜੀਵ ਦਾ ਆਤਮ ਗਿਆਨ ਹੋ ਜਾਣਾ, ਜੀਵ ਭਾਵ ਨਸ਼ਟ ਹੋ ਜਾਣਾ ਤੇ ਆਤਮਾ ਦੇ ਵਿੱਚ ਹੀ ਲੀਨ ਹੋ ਜਾਣਾ, ਤਤ ਗਿਆਨੀ ਹੋ ਜਾਣਾ, ਇਹ ਗਿਆਨ ਕ੍ਰਿਸ਼ਨ ਜੀ ਗੋਪੀਆਂ ਨੂੰ ਦੇ ਰਹੇ ਨੇ। ਇਹ ਚੀਰ ਹਰਨ ਦਾ ਜਿਹੜਾ ਪ੍ਰਸੰਗ ਆਉਂਦਾ ਹੈ ਉਹਦੇ ਵਿੱਚ। ਪਰ ਇਹ ਅੰਤਰੀਵ ਅਰਥ ਨੇ, ਇਹ ਅਧਿਆਤਮ ਅਰਥ ਨੇ, ਸੂਖਮ ਅਰਥ ਨੇ। ਮਹਾਰਾਜ ਕਿਰਪਾ ਕਰਨ, ਸਾਨੂੰ ਸੂਖਮ ਅਰਥਾਂ ਦੀ ਗਿਆਨ ਬਖਸ਼ਣ, ਕਿਉਂਕਿ ਸਿਰਫ ਜੇ ਅਸੀਂ ਸਥੂਲ ਅਰਥਾਂ ਦੇ ਹੀ ਗਿਆਨ ਕਰੀ ਜਾਈਏ, ਵਿਚਾਰ ਕਰੀਏ, ਤੇ ਕਈ ਵਾਰੀ ਅਸੀਂ ਦੁਐਤ ਦੀ ਭਾਵਨਾ ਨੂੰ ਗ੍ਰਹਿਣ ਕਰਦੇ ਹਾਂ ਤੇ ਦੁਐਤ ਦੇ ਵਿੱਚ ਫਸ ਜਾਂਦੇ ਹਾਂ। ਕਿਉਂਕਿ ਇਸ ਪ੍ਰਸੰਗ ਨੂੰ ਜੇ ਦੁਐਤ ਦੇ ਵਿੱਚ ਵਿਚਾਰਾਂਗੇ ਤੇ ਫਿਰ ਇੱਥੇ ਕਾਮ ਦਿਸੂਗਾ, ਪਰ ਜੇ ਅਦਵੈਤ ਦੇ ਨਜ਼ਰਾਂ ਦੇ ਨਾਲ ਦੇਖਾਂਗੇ ਕਾਮ ਨਸ਼ਟ ਹੋ ਜਾਊਗਾ, ਇੱਥੇ ਰਾਮ ਦਿਸੂਗਾ। ਮਹਾਰਾਜ ਕਿਰਪਾ ਕਰਨ, ਪ੍ਰੇਮਾ ਭਗਤੀ ਦੇ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।